ਗੁੱਡ ਮਾਰਨਿੰਗ ਸਟੂਡੈਂਟ ਅੱਜ ਆਪਾਂ ਆਪਣੀ ਨੈਕਸਟ ਟੌਪਿਕ ਜੋ ਕਿ ਅਕਾਊਂਟਿੰਗ ਕਨਵੈਨਸ਼ਨ ਆ ਉਹਦੇ ਬਾਰੇ ਆਪਾਂ ਡਿਸਕਸ਼ਨ ਜਿਹੜੀ ਉਹ ਸਟਾਰਟ ਕਰਾਂਗੇ। ਆਪਣਾ ਫਸਟ ਟੌਪਿਕ ਜਿਹੜਾ ਫਸਟ ਪੁਆਇੰਟ ਹੈਗਾ ਹੈ ਉਹ ਹੋਏਗਾ ਕਨਵੈਨਸ਼ਨ ਆਫ ਕੰਜ਼ਰਵੇਟਿਜ਼ਮ ਦਾ ਮਤਲਬ ਹੁੰਦਾ ਹੈ ਕਿ ਕਿਸੇ ਚੀਜ਼ ਦੇ ਵਿੱਚ ਆਪਾਂ ਕੰਜੂਸੀ ਕਰ ਜਾਂਦੇ ਹਾਂ। ਹਾਂ ਜਿਹੜੀ ਇਹ ਧਾਰਨਾ ਹੁੰਦੀ ਹੈ, ਸੰਮੇਲਨ ਹੁੰਦਾ ਜਿਹਦੇ ਵਿੱਚ ਆਪਾਂ ਚੀਜ਼ਾਂ ਨੂੰ ਕੀ ਅਲੱਗ ਨਜ਼ਰੀਏ ਦੇ ਨਾਲ ਦੇਖਦੇ ਹਾਂ। ਹੁਣ ਜਿਹੜਾ ਇਹ ਕਨਵੈਨਸ਼ਨ ਆ ਕੰਜ਼ਰਵੇਟਿਜ਼ਮ ਦਾ, ਇਹਦੇ ਵਿੱਚ ਕੀ ਹੁੰਦਾ ਕਿ ਸਿਰਫ ਇੱਕ ਅਨੁਮਾਨ ਲਗਾਇਆ ਜਾਂਦਾ ਕਿ ਕੋਈ ਵੀ ਪ੍ਰੋਫਿਟ ਆ ਜਿਹੜਾ ਉਹ ਨਹੀਂ ਹੋਇਆ ਹੈਗਾ, ਜਾਂ ਜੇ ਕੋਈ ਪ੍ਰੋਫਿਟ ਨਹੀਂ ਹੋਇਆ ਹੈਗਾ ਤਾਂ ਉਹ ਸਾਰੇ ਲੋਸਿਸ ਨੂੰ ਡੋਨੇਟ ਕਰੂਗਾ। ਇਹ ਇੱਕ ਧਾਰਨਾ ਹੈ ਜਿਹੜੀ ਆਪਾਂ ਇਹਦੇ ਵਿੱਚ ਡਿਸਕਸ਼ਨ ਦੇ ਵਿੱਚ ਲੈ ਕੇ ਆਉਂਦੇ ਹਾਂ। ਹੁਣ ਜਿਹੜਾ ਇਹ ਫੰਡਾਮੈਂਟਲ ਜਿਹੜਾ ਆਪਣੇ ਕੋਲ ਸਿਧਾਂਤ ਮਿਲਿਆ ਹੈਗਾ ਕਨਵੈਨਸ਼ਨ ਵਾਲਾ, ਉਹ ਆਪਾਂ ਨੂੰ ਇਹ ਦੱਸਦਾ ਹੈ ਕਿ ਜੋ ਵੀ ਆਪਣੇ ਕੋਲ ਰਿਸਪੌਂਸ ਆਉਂਦਾ ਹੈ ਉਹ ਕਿਉਂ ਆਉਂਦਾ ਹੈ। ਜੋ ਸਾਡੇ ਕੋਲ ਅਕਾਊਂਟਿੰਗ ਦੇ ਮੈਜਰਸ ਹੁੰਦੇ ਆ ਉਹਨਾਂ ਨੂੰ ਫੇਸ ਕਰਨ ਤੋਂ ਬਾਅਦ ਰਿਸਪੌਂਸ ਆਉਂਦਾ ਹੈ। ਰਿਸਪੌਂਸ ਐਜ਼ ਅ ਸੈਂਸ ਕਿ ਪ੍ਰੋਫਿਟ ਔਰ ਲੋਸ ਦਾ ਜੋ ਵੀ ਆਪਾਂ ਨੂੰ ਆਉਂਦਾ ਹੈ। ਹੁਣ ਇਹਦੇ ਵਿੱਚ ਕੀ ਹੁੰਦਾ ਹੈ ਕਿ ਜਿਹੜੇ ਕਹਿੰਦੇ ਅਕਾਊਂਟੈਂਟ ਆ ਉਹਨਾਂ ਨੂੰ ਕੀ ਕਰਨਾ ਚਾਹੀਦਾ ਇਸ ਧਾਰਨਾ ਦੇ ਅਕੋਰਡਿੰਗ, ਕਿ ਅਕਾਊਂਟੈਂਟ ਆ ਜਿਹੜੇ ਉਹਨਾਂ ਨੂੰ ਕੀ ਆ ਐਸੈਟਸ ਐਂਡ ਰੈਵਨਿਊ ਉਹਦੀ ਵੈਲਿਊ ਲੋਐਸਟ ਸ਼ੋ ਕਰਨੀ ਚਾਹੀਦੀ ਆ, ਅਤੇ ਜਿਹੜੀਆਂ ਲਾਇਬਿਲਟੀਜ਼ ਔਰ ਐਕਸਪੈਂਸਿਸ ਆ ਉਹਨਾਂ ਨੂੰ ਹਾਈ ਵੈਲਿਊ 'ਤੇ, ਜਾਣੀ ਕਿ ਉਹਨਾਂ ਦਾ ਜਿਹੜਾ ਰੇਟ ਆ ਜਾਂ ਉਹਨਾਂ ਦੀ ਅਮਾਊਂਟ ਆ ਜਿਹੜੀ ਉਹ ਹਾਈ ਸ਼ੋ ਕਰਨੀ ਚਾਹੀਦੀ ਆ। ਇਹਦੇ ਨਾਲ ਕਹਿੰਦੇ ਕੀ ਹੋਊਗਾ, ਕਹਿੰਦੇ ਜਿਹੜੀ ਆਪਣੇ ਕੋਲ ਪਹਿਲਾਂ ਜਿਹੜੀ ਪੋਲਿਸੀ ਲੱਗੀ ਹੋਈ ਆ ਜਾਂ ਪਹਿਲਾਂ ਕੋਈ ਆਪਾਂ ਸਿਧਾਂਤ ਵਗੈਰਾ ਦੇਖਿਆ ਵੀ ਕਿਵੇਂ ਐਸਿਡਸ ਨੂੰ ਲੱਭਣਾ ਹੈ, ਕਿਵੇਂ ਲਾਇਬਿਲਟੀਜ਼ ਨੂੰ ਲੱਭਣਾ ਹੈ, ਕਿਵੇਂ ਐਕਸਪੈਂਸਿਸ ਨੂੰ ਲੱਭਣਾ ਹੈ, ਉਹ ਸਾਨੂੰ ਕੀ ਆ ਕਲੀਅਰ ਹੋ ਜਾਣਗੇ, ਉਹਦੇ ਬਾਰੇ ਸਾਨੂੰ ਕੀ ਆ ਪਤਾ ਲੱਗ ਜੂਗਾ। ਔਰ ਕਹਿੰਦੇ ਕਨਵੈਨਸ਼ਨ ਆ ਜਿਹੜੀ ਉਹਨੂੰ ਅਸੀਂ ਇੱਕ ਸਮਝਦਾਰੀ ਦਾ ਸਿਧਾਂਤ ਵੀ ਬੋਲਦੇ ਹਾਂ, ਸਿਰਫ ਉਹਨੂੰ ਕੰਜ਼ਰਵੇਟਿਜ਼ਮ ਦਾ ਸਿਧਾਂਤ ਨਹੀਂ, ਅਸੀਂ ਉਹਨੂੰ ਸਮਝਦਾਰੀ ਦਾ ਸਿਧਾਂਤ ਵੀ ਬੋਲਦੇ ਹਾਂ, ਕਿਉਂਕਿ ਉਹ ਸਾਰੀਆਂ ਇਹਦੇ ਵਿੱਚ ਪੋਸੀਬਿਲਿਟੀਆਂ ਜਿਹੜੀਆਂ ਕ੍ਰੀਏਟ ਕੀਤੀਆਂ ਜਾਂਦੀਆਂ ਜੋ ਸਾਨੂੰ ਆਉਣ ਵਾਲੇ ਫਿਊਚਰ ਲੋਸਿਸ ਤੋਂ ਬਚਾਉਂਦੀਆਂ। ਇਹਦੇ ਵਿੱਚ ਅਸੀਂ ਉਹ ਸਾਰੀਆਂ ਵੈਲਿਊਜ਼ ਨੂੰ ਦੇਖਦੇ ਹਾਂ ਜੋ ਸਾਨੂੰ ਇਨ ਫਿਊਚਰ ਹੋ ਸਕਦੀਆਂ ਜਾਂ ਹੋਣ ਦੇ ਚਾਂਸਿਸ ਹੈਗੇ ਆ। ਸਪੈਸ਼ਲੀ ਅਸੀਂ ਲੋਸ ਨੂੰ ਕਵਰ ਕਰ ਸਕਦੇ ਹਾਂ ਜਾਂ ਲੋਸ ਨੂੰ ਅਸੀਂ ਘਟਾ ਸਕਦੇ ਹਾਂ। ਨੈਕਸਟ ਆਪਣੇ ਕੋਲ ਕੁਛ ਇੰਪਲੀਕੇਸ਼ਨਸ ਨੇ, ਰਿਕੋਗਨੀਸ਼ਨਸ, ਇਫੈਕਟ ਆਫ ਇਨਕਮ, ਇਫੈਕਟ ਆਨ ਬੈਲੈਂਸ ਸ਼ੀਟ। ਇਹ ਸਾਰੇ ਤੁਸੀਂ ਦੇਖੋ। ਫਸਟ ਆਪਣੇ ਕੋਲ ਹੈਗਾ ਰਿਕੋਗਨੀਸ਼ਨ। ਕਹਿੰਦੇ ਐਂਟੀਸਪੇਟਡ ਔਰ ਅਨਰੀਅਲਿਸਟਿਕ ਗੇਨ ਵਿਲ ਨਾਟ ਬੀ ਰਿਕੋਗਨਾਈਜ਼ਡ। ਹੁਣ ਕੋਈ ਵੀ ਇੱਦਾਂ ਦਾ ਲੋਸ ਜਿਹੜਾ ਰਿਐਲਿਟੀ ਦੇ ਵਿੱਚ ਨਹੀਂ ਹੈਗਾ ਉਹਨੂੰ ਅਸੀਂ ਨਹੀਂ ਦੇਖ ਸਕਦੇ, ਜਸਟ ਬਿਕੋਜ਼ ਆਫ ਸਾਡੇ ਕੋਲ ਕੋਈ ਪ੍ਰੋਪਰ ਰਿਕਾਰਡਸ ਵਗੈਰਾ ਨਹੀਂ ਹੈਗੇ। ਇਨਕਮ ਆ ਜਿਹੜੀ ਲੋਅਰ ਇਨਕਮ ਆ ਜਿਹੜੀ ਸਾਨੂੰ ਅਗਰ ਇੱਕ ਟਾਈਮ ਦੇ ਲਈ ਮਿਲ ਰਹੀ ਆ ਤਾਂ ਉਹ ਕੰਜ਼ਰਵੇਟਿਜ਼ਮ ਤੋਂ ਬਿਨਾਂ ਹੀ ਮਿਲ ਰਹੀ ਹੋਊਗੀ, ਜਿਹਦੇ ਵਿੱਚ ਅਸੀਂ ਕੋਈ ਹਜੇ ਸੋਚ ਜਾਂ ਕੋਈ ਵੀ ਮੈਥਡ ਜਾਂ ਕੋਈ ਵੀ ਪੋਲਿਸੀ ਜਿਹੜੀ ਹੈ ਐਪਲੀਕੇਬਲ ਨਹੀਂ ਕੀਤੀ ਹੋਊਗੀ। ਬੈਲੈਂਸ ਸ਼ੀਟ ਦੇ ਵਿੱਚ ਕੀ ਹੁੰਦਾ ਹੈਗਾ, ਬੈਲੈਂਸ ਸ਼ੀਟ ਹੈ ਜਿਹੜੀ ਸਾਨੂੰ ਲੋਅਰ ਵੈਲੂਏਸ਼ਨ ਹੀ ਪ੍ਰੋਵਾਈਡ ਕਰਦੀ ਆ, ਚਾਹੇ ਉਹ ਕੈਪੀਟਲ ਹੋਵੇ, ਚਾਹੇ ਉਹ ਐਸਿਡਸ ਹੋਣ, ਚਾਹੇ ਉਹ ਲਾਇਬਿਲਟੀਜ਼ ਹੋਣ। ਹੁਣ ਆਪਣੇ ਕੋਲ ਨੈਕਸਟ ਆ ਜਾਂਦਾ ਹੈ ਕੰਸਿਸਟੈਂਸੀ। ਕੰਸਿਸਟੈਂਸੀ ਦਾ ਮਤਲਬ ਹੁੰਦਾ ਹੈ ਇਕਸਾਰਤਾ। ਹੁਣ ਸਾਨੂੰ ਪਤਾ ਹੈ ਕਿ ਸਾਡੀ ਜਿਹੜੀ ਕੰਪਨੀਆਂ ਚੱਲ ਰਹੀਆਂ ਹੁੰਦੀਆਂ ਉਹ ਗੋਇੰਗ ਕੰਸਰਨ ਕੰਸੈਪਟ ਦੇ ਨਾਲ ਚੱਲ ਰਹੀਆਂ ਹੁੰਦੀਆਂ। ਹੁਣ ਜਿਹੜੀ ਫਾਈਨੈਂਸ਼ੀਅਲ ਰਿਪੋਰਟ ਆ ਉਹ ਕਹਿੰਦੇ ਅੱਧੀ ਤਾਂ ਹੋ ਸਕਦਾ ਵੀ ਗੋਇੰਗ ਕੰਸਰਨ ਹੋਵੇ ਅਤੇ ਅੱਧੀ ਹੋ ਸਕਦਾ ਨਾ ਹੋਵੇ। ਅਤੇ ਕਹਿੰਦੇ ਕਈ ਵਾਰੀ ਕੀ ਹੁੰਦਾ ਕਿ ਸਾਨੂੰ ਜਿਹੜੇ ਪਿਕਚਰ ਜਾਂ ਕੋਈ ਪ੍ਰੋਗਰਾਮ ਜਿਹੜੇ ਪ੍ਰੋਵਾਈਡ ਕੀਤੇ ਜਾਂਦੇ ਆ ਉਹ ਗੋਇੰਗ ਕੰਸਰਨ ਦੇ ਨਾਲ ਥੋੜ੍ਹੇ ਘੱਟ ਮੈਚ ਕਰਦੇ ਆ। ਇੱਕ ਵਧੀਆ ਫਾਈਨੈਂਸ਼ੀਅਲ ਰਿਪੋਰਟ ਬਣਾਉਣ ਦੇ ਲਈ ਸਾਨੂੰ ਕੀ ਆ ਅਕਾਊਂਟਿੰਗ ਜਿਹੜੇ ਮੈਥਡ ਆ ਉਹਨਾਂ ਨੂੰ ਅਪਲਾਈ ਕਰਨਾ ਚਾਹੀਦਾ ਹੈ। ਹੁਣ ਇਹ ਜਿਹੜੇ ਸਾਡੇ ਕੋਲ ਮੈਥਡਸ ਹੁੰਦੇ ਆ ਇਹ ਸਾਡੇ ਕੋਲ ਦੋ ਤਰ੍ਹਾਂ ਦੇ ਮੈਥਡਸ ਹੁੰਦੇ ਆ। ਇੱਕ ਹੁੰਦੇ ਆ ਸਾਡੇ ਕੋਲ ਫੀਫੋ ਮੈਥਡ, ਇਹਦਾ ਮਤਲਬ ਹੁੰਦਾ ਹੈ ਫਸਟ ਇਨ ਫਸਟ ਆਊਟ। ਦੂਸਰਾ ਮੈਥਡ ਹੁੰਦਾ ਸਾਡੇ ਕੋਲ ਲੀਫੋ, ਜਿਹਦਾ ਮਤਲਬ ਹੁੰਦਾ ਲਾਸਟ ਇਨ ਫਸਟ ਆਊਟ। ਕਹਿੰਦੇ ਜੇ ਅਸੀਂ ਐਗਜ਼ੈਕਟ ਦੇਖਣਾ ਹੈ ਕਿ ਸਾਡੇ ਕੋਲ ਗੋਇੰਗ ਕੰਸਰਨ ਚੱਲ ਰਹੀ ਹੈ ਮੈਥਡ ਜਾਂ ਨਹੀਂ ਚੱਲ ਰਹੇ, ਸਾਨੂੰ ਫਸਟ ਇਨ ਜਾਂ ਫਸਟ ਆਊਟ, ਲਾਸਟ ਇਨ ਜਾਂ ਫਸਟ ਆਊਟ ਵਾਲਾ ਮੈਥਡ ਆ ਜਿਹੜਾ ਉਹ ਐਪਲੀਕੇਬਲ ਕਰਨਾ ਚਾਹੀਦਾ, ਇਹਨਾਂ ਦਾ ਕੰਪੈਰੀਜ਼ਨ ਕਰਨਾ ਚਾਹੀਦਾ। ਦੈਟਸ ਵਾਈ ਕਿ ਸਾਨੂੰ ਉਹਦੇ ਵਿੱਚ ਜਿਹੜੇ ਰਿਜ਼ਲਟ ਆ ਉਹ ਪਤਾ ਲੱਗ ਜਾਣਗੇ। ਨੈਕਸਟ ਆ ਗਿਆ ਕਨਵੈਨਸ਼ਨ ਆਫ ਫੁੱਲ ਡਿਸਕਲੋਜ਼ਰ। ਫੁੱਲ ਡਿਸਕਲੋਜ਼ਰ ਦੇ ਵਿੱਚ ਸਾਨੂੰ ਹਰੇਕ ਡਿਟੇਲ ਹੈ ਜਿਹੜੀ ਉਹ ਸ਼ੋਅ ਕਰਨੀ ਚਾਹੀਦੀ ਹੈ, ਸਾਨੂੰ ਹਰ ਇੱਕ ਇਨਫੋਰਮੇਸ਼ਨ ਹੈ ਜਿਹੜੀ ਉਹਦਾ ਪ੍ਰੋਪਰ ਰਿਕਾਰਡ ਰੱਖਣਾ ਚਾਹੀਦਾ, ਹਰ ਇੱਕ ਚੀਜ਼ ਦੀ ਜਾਣਕਾਰੀ ਜਿਹੜੀ ਸਾਨੂੰ ਉਹ ਦੇਣੀ ਚਾਹੀਦੀ ਹੈ। ਅਕਾਊਂਟਿੰਗ ਕੋਈ ਇੱਕ ਫੰਕਸ਼ਨ ਨਹੀਂ ਹੈ, ਇਹਦੇ ਵਿੱਚ ਬਹੁਤ ਸਾਰੀ ਇਨਫੋਰਮੇਸ਼ਨ ਹੈ ਜਿਹੜੀਆਂ ਐਕਸਚੇਂਜ ਹੁੰਦੀਆਂ, ਸੋ ਸਾਨੂੰ ਪੂਰੀ ਇਨਫੋਰਮੇਸ਼ਨ ਹੈ ਜਿਹੜੀ ਡਿਸਕਲੋਜ਼ ਕਰ ਦੇਣੀ ਚਾਹੀਦੀ ਹੈ। ਕਿੰਨੀ ਕੁ ਮਿਨੀਮਮ ਇਨਫੋਰਮੇਸ਼ਨ ਸਾਨੂੰ ਡਿਸਕਲੋਜ਼ ਕਰਨੀ ਚਾਹੀਦੀ ਹੈ ਉਹਦੇ ਬਾਰੇ ਵੀ ਆਪਾਂ ਨੂੰ ਦੱਸਿਆ ਹੋਇਆ। ਤਾਂ ਫਸਟ ਆਫ ਆਲ ਦੇਖੋ ਕਿ ਫਸਟ ਆਫ ਆਲ ਸਾਨੂੰ ਰੈਲੇਵੈਂਟ ਇਨਫੋਰਮੇਸ਼ਨ ਆ ਜਿਹੜੀ ਪ੍ਰੈਜੈਂਟੇਸ਼ਨ ਆ ਜਿਹੜੀ ਉਹ ਕੰਪਲੀਟ ਰੈਲੇਵੈਂਟ ਇਨਫੋਰਮੇਸ਼ਨ ਸਾਨੂੰ ਉੱਥੇ ਸ਼ੋਅ ਕਰਨੀ ਚਾਹੀਦੀ ਹੈ, ਸਾਡੇ ਜਿੰਨੇ ਵੀ ਰਿਕਾਰਡਸ ਪਏ ਆ।
ਦੂਸਰਾ ਸਾਨੂੰ ਜਿਹੜੇ ਵੀ ਯੂਜ਼ਰਸ ਕਿਹੜੇ ਹੋ ਸਕਦੇ ਆ, ਓਨਰ, ਇਨਵੈਸਟਰਸ, ਇੰਪਲੋਈਜ਼, ਇਹਨਾਂ ਸਾਰਿਆਂ ਦੀ ਪੂਰੀ ਡਿਟੇਲ ਹੈ ਜਿਹੜੀ ਉਹ ਰੱਖਣੀ ਚਾਹੀਦੀ ਹੈ ਔਰ ਉਹਨਾਂ ਨੂੰ ਇੱਕ ਇੱਕ ਚੀਜ਼ ਦਾ ਪਤਾ ਹੋਣਾ ਚਾਹੀਦਾ ਵੀ ਕੰਪਨੀ ਦੇ ਵਿੱਚ ਚੱਲ ਕੀ ਰਿਹਾ ਹੈ। ਬੈਲੈਂਸ ਸ਼ੀਟ ਦੇ ਵਿੱਚ ਹਰੇਕ ਚੀਜ਼ ਨੂੰ ਪ੍ਰੋਪਰਲੀ ਡਿਸਕਲੋਜ਼ ਕਰਕੇ ਪਾਉਣਾ, ਇਹ ਵੀ ਸਾਡਾ ਫਸਟ ਔਰ ਮੇਨ ਰਾਈਟ ਆ। ਦੈਨ ਆ ਜਾਂਦਾ ਸਾਡੇ ਕੋਲੇ ਮਟੀਰੀਅਲਿਟੀ ਦਾ ਮਤਲਬ ਹੁੰਦਾ ਹੈ ਕਿ ਸਾਡੇ ਕੋਲੇ ਜੋ ਖਾਸ ਇਨਫੋਰਮੇਸ਼ਨ ਕਿਸੇ ਇੱਕ ਟੌਪਿਕ ਦੇ ਨਾਲ ਜੁੜੀ ਹੋਵੇ। ਕਹਿੰਦੇ ਦਿਸ ਕਨਵੈਨਸ਼ਨ ਪਰਮਿਟਸ ਦਾ ਅਕਾਊਂਟੈਂਟਸ ਇੰਟਾਇਰ part of recording, classifying and summarizing and presentation of economical information in a most relevant way। ਕਿ ਜਿਹੜੇ ਇਹ ਕਨਵੈਨਸ਼ਨਸ ਆ ਸਾਨੂੰ ਇਹ ਇੱਕ ਹੈਲਪ, ਇੱਕ ਜ਼ਰੀਆ ਪ੍ਰੋਵਾਈਡ ਕਰਦੇ ਆ ਕਿ ਸਾਡੇ ਕੋਲ ਜੋ ਰਿਕਾਰਡਸ ਪਏ ਆ ਅਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਕਲਾਸੀਫਾਈ ਕਰ ਸਕੀਏ, ਸਮਰਾਈਜ਼ ਕਰ ਸਕੀਏ ਔਰ ਉਹਨਾਂ ਇਨਫੋਰਮੇਸ਼ਨ ਨੂੰ ਇੱਕ ਵਧੀਆ ਵੇ ਦੇ ਨਾਲ ਅਸੀਂ ਪ੍ਰੈਜੈਂਟੇਸ਼ਨ ਕਰ ਸਕੀਏ ਤਾਂ ਕਿ ਸਾਡੇ ਕੋਲ ਇਕਨੋਮਿਕਲ ਜਿਹੜੇ ਰਿਫੋਰਮਸ ਹੈਗੇ ਜਾਂ ਇਕਨੋਮਿਕਲ ਵੈਲਿਊਜ਼ ਆ ਉਹ ਪੂਰੀ ਤਰ੍ਹਾਂ ਯੂਟੀਲਾਈਜ਼ ਹੋ ਜਾਣ। ਹੁਣ ਇਹਦਾ ਬੇਸਿਕ ਮੀਨਿੰਗ ਜਿਹੜਾ ਹੈਗਾ ਏ ਕਹਿੰਦੇ ਇਟਸ ਬੇਸਿਕ ਮੀਨਿੰਗ ਇਜ਼ ਦੈਟ ਦੇਰ ਇਜ਼ ਨੋ ਨੀਡ ਟੂ ਬੀ ਕੰਸਰਨ ਵਿਦ ਅਨਇੰਪੋਰਟੈਂਟ ਮੈਟਰ, ਕਿ ਮਤਲਬ ਸਾਨੂੰ ਕੋਈ ਇੱਦਾਂ ਦਾ ਮੈਟਰ ਲੈ ਕੇ ਨਹੀਂ ਆਉਣਾ ਚਾਹੀਦਾ ਜਿਹਦੀ ਕੋਈ ਇੰਪੋਰਟੈਂਸ ਨਹੀਂ ਆ। ਸੋ ਇਸ ਲਈ ਆਪਾਂ ਕਹਿ ਸਕਦੇ ਹਾਂ ਕਿ ਮਟੀਰੀਅਲ ਇਨਫੋਰਮੇਸ਼ਨ ਵੀ ਰਿਕਾਰਡ ਹੋਣੀ ਜ਼ਰੂਰੀ ਹੈ। ਵਿਦਾਊਟ ਮਟੀਰੀਅਲ ਇਨਫੋਰਮੇਸ਼ਨ ਅਗਰ ਕੋਈ ਵੀ ਡਾਕੂਮੈਂਟਸ ਪ੍ਰੀਪੇਅਰ ਕੀਤੇ ਜਾਂਦੇ ਆ ਤਾਂ ਉਹ ਐਕਸੈਪਟਡ ਨਹੀਂ ਹੈ। ਔਰ ਜੋ ਵੀ ਸਾਡੇ ਕੋਲ ਡਿਸੀਜ਼ਨ ਹੋਣਗੇ, ਜੋ ਵੀ ਇਨਫੋਰਮੇਸ਼ਨਸ ਆ, ਜੋ ਵੀ ਨੌਲੇਜ ਆ, ਉਹ ਸਾਨੂੰ ਸਾਡੇ ਇਨਵੈਸਟਰਸ ਦੇ ਨਾਲ ਡਿਸਕਸ ਕਰਦੇ ਰਹਿਣਾ ਚਾਹੀਦਾ ਹੈ। ਜਾਂ ਆਪਾਂ ਇਹ ਵੀ ਕਹਿ ਸਕਦੇ ਹਾਂ ਇਸ ਜਗ੍ਹਾ 'ਤੇ ਕਹਿੰਦੇ ਕਨਵੈਨਸ਼ਨ ਟ੍ਰਾਂਜੈਕਸ਼ਨਸ ਐਂਡ ਈਵਨ ਵਿਚ ਆਰ ਸਿਗਨੀਫਿਕੈਂਟ ਸ਼ੁੱਡ ਬੀ ਡਿਸਕਲੋਜ਼, ਕਿ ਜਿਹੜੇ ਬਹੁਤ ਜ਼ਿਆਦਾ ਇੰਪੋਰਟੈਂਟ ਆ ਉਹਨਾਂ ਨੂੰ ਜ਼ਰੂਰ ਡਿਸਕਲੋਜ਼ ਕਰਨਾ ਚਾਹੀਦਾ ਔਰ ਜਿਹੜੇ ਨਹੀਂ ਹੈਗੇ, ਇਨਸਿਗਨੀਫਿਕੈਂਟ ਆ, ਉਹਨਾਂ ਨੂੰ ਸਾਨੂੰ ਕੀ ਆ ਨਹੀਂ ਡਿਸਕਲੋਜ਼ ਕਰਨਾ ਚਾਹੀਦਾ, ਉਹਨਾਂ ਨੂੰ ਡਿਸਕਲੋਜ਼ ਕਰਨ ਦੀ ਕੋਈ ਜ਼ਰੂਰਤ ਨਹੀਂ ਆ। ਦੈਨ ਆ ਜਾਂਦਾ ਹੈ ਕਨਵੈਨਸ਼ਨ ਆਫ ਆਬਜੈਕਟਿਵਸ। ਕਨਵੈਨਸ਼ਨ ਆਫ ਆਬਜੈਕਟਿਵ ਦੇ ਵਿੱਚ ਕੀ ਹੁੰਦਾ ਹੈ ਕਿ ਜਿਹੜੇ ਸਾਡੇ ਕੋਲ ਜੋ ਵੀ ਰਿਕਾਰਡਸ ਪਏ ਆ ਜਾਂ ਜੋ ਅਸੀਂ ਕੰਮ ਕਰ ਰਹੇ ਹਾਂ, ਸਾਡਾ ਜੋ ਕੰਮ ਚੱਲ ਰਿਹਾ ਉਹਦੇ ਕੀ ਆਬਜੈਕਟਿਵ ਨੇ, ਕੀ ਉਹਦੀ ਆਬਜੈਕਟਿਵਿਟੀ ਆ, ਉਹ ਸਾਨੂੰ ਕੀ ਆ ਪ੍ਰੂਫ ਜਿਹੜੇ ਕਿ ਆ ਉਹ ਸ਼ੋਅ ਕਰਨੇ ਚਾਹੀਦੇ ਆ। ਯਾਨੀ ਕਿ ਕਹਿੰਦੇ ਅਕਾਊਂਟੈਂਟ ਸ਼ੁੱਡ ਨਾਟ ਰਿਕਾਰਡ ਐਨੀ ਟ੍ਰਾਂਜੈਕਸ਼ਨ ਅਨਲੈਸ ਦਿਸ ਕੈਨ ਬੀ ਟਰੇਸਡ ਵਿਦ ਸਮ ਡਾਕੂਮੈਂਟਰੀ ਐਵੀਡੈਂਸ। ਕਹਿੰਦੇ ਅਕਾਊਂਟੈਂਟ ਨੂੰ ਕੋਈ ਵੀ ਐਵੇਂ ਦੀ ਇਨਫੋਰਮੇਸ਼ਨ ਕਿਸੇ ਵੀ ਡਾਕੂਮੈਂਟ ਦੇ ਵਿੱਚ ਰਿਕਾਰਡ ਨਹੀਂ ਕਰਨੀ ਚਾਹੀਦੀ ਜਿਹਦਾ ਕੋਈ ਵੀ ਰਿਕਾਰਡ ਜਿਹੜਾ ਕੀ ਆ ਨਹੀਂ ਹੈਗਾ ਜਾਂ ਜਿਹਦੇ ਨਾਲ ਕੋਈ ਵੀ ਐਵੀਡੈਂਸ ਰਿਕਾਰਡ ਜਿਹੜਾ ਮੈਚ ਨਹੀਂ ਕਰਦਾ। ਸੋ ਇੱਕ ਆਬਜੈਕਟਿਵ ਰੱਖਣ ਦੇ ਲਈ ਸਾਡੇ ਕੋਲ ਇਨਵੋਇਸ, ਵਾਊਚਰ, ਚੈੱਕ ਜਾਂ ਕੋਈ ਇੱਦਾਂ ਦਾ ਡਾਕੂਮੈਂਟ ਹੋਣਾ ਜ਼ਰੂਰੀ ਆ। ਆਬਜੈਕਟਿਵਿਟੀ ਦੇ ਵਿੱਚ ਸਾਡੇ ਜਿਹੜੇ ਕਲੀਅਰੈਂਸ ਇੱਥੋਂ ਕੀ ਹੋ ਜਾਂਦੀ ਹੈ ਕਿ ਸਾਡੇ ਕੋਲ ਜੋ ਵੀ ਅਸੀਂ ਰਿਕਾਰਡ ਕਰ ਰਹੇ ਹਾਂ ਅਕਾਊਂਟਸ ਦੇ ਵਿੱਚ ਜਾਣਕਾਰੀ, ਕੋਈ ਸੇਲ ਕਰ ਰਿਹਾ, ਕੋਈ ਪਰਚੇਜ਼ ਕਰ ਰਿਹਾ, ਕੋਈ ਮਟੀਰੀਅਲ ਜਿਹੜਾ ਕੀ ਆ ਉਹ ਵਾਪਸ ਕਰਨ ਆ ਰਿਹਾ ਜਾਂ ਅਸੀਂ ਕਿਸੇ ਤੋਂ ਸਟਾਕ ਪਰਚੇਜ਼ ਕੀਤਾ, ਇਹਨਾਂ ਸਾਰੀਆਂ ਚੀਜ਼ਾਂ ਦਾ ਰਿਕਾਰਡ ਸਾਡੇ ਕੋਲ ਹੋਣਾ ਚਾਹੀਦਾ ਵਿਦ ਪ੍ਰੂਫ, ਵਿਦ ਡਾਕੂਮੈਂਟਰੀ ਐਵੀਡੈਂਸ। ਹੁਣ ਸਾਡੇ ਕੋਲ ਆਬਜੈਕਟਿਵਸ ਕਿਹੜੇ ਹੋ ਸਕਦੇ ਆ ਮੈਜਰ ਦੇ ਲਈ। ਦੇਰ ਇਜ਼ ਨੋ ਡਿਸਐਗਰੀਮੈਂਟ ਇਨ ਇੰਟਰਪ੍ਰੀਟੇਸ਼ਨ, ਕਿਸੇ ਵੀ ਤਰੀਕੇ ਦਾ ਡਿਸਐਗਰੀਮੈਂਟ ਨਹੀਂ ਹੋਣਾ ਚਾਹੀਦਾ। ਜੋ ਵੀ ਉਹਨਾਂ ਨੇ ਕੰਮ ਸਟਾਰਟ ਕੀਤੇ ਉਹਦੇ ਵਿੱਚ ਕੋਈ ਵੀ ਉਹਨਾਂ ਵਿੱਚ ਬਾਇਸਨੈਸ ਨਹੀਂ ਹੋਣੀ ਚਾਹੀਦੀ, ਕਿਸੇ ਦੀ ਕੋਈ ਪਰਸਨਲ ਜੱਜਮੈਂਟ ਨਹੀਂ ਹੋਣੀ ਚਾਹੀਦੀ, ਕੋਈ ਵੀ ਜਿਹੜੀ ਵੈਰੀਫਿਕੇਸ਼ਨ ਆ ਉਹ ਹੋ ਜਾਣੀ ਚਾਹੀਦੀ ਆ। ਔਰ ਬਿਜ਼ਨਸ ਡਾਕੂਮੈਂਟਸ ਦੇ ਵਿੱਚ ਕਿਸੇ ਵੀ ਤਰੀਕੇ ਦਾ ਕੋਈ ਐਵੇਂ ਦਾ ਡਾਕੂਮੈਂਟ ਨਹੀਂ ਹੋਣਾ ਚਾਹੀਦਾ ਜਾਂ ਕੋਈ ਵੀ ਟ੍ਰਾਂਜੈਕਸ਼ਨ ਨਹੀਂ ਹੋਣੀ ਚਾਹੀਦੀ ਜਿਹਦਾ ਕੋਈ ਪ੍ਰੂਫ ਨਹੀਂ ਹੋਵੇ। ਹਰੇਕ ਜਾਣਕਾਰੀ ਦਾ ਪ੍ਰੂਫ ਹੋਣਾ ਚਾਹੀਦਾ, ਦੈਨ ਉਹ ਰਿਕਾਰਡ ਹੋਣੀ ਚਾਹੀਦੀ ਆ। ਸੋ ਇਹ ਸਾਰੀਆਂ ਬਾਇਸਨੈਸ ਵਗੈਰਾ ਜਿਹੜੀਆਂ ਉਹ ਬਿਜ਼ਨਸ ਦੇ ਵਿੱਚ ਨਹੀਂ ਆਉਣੀਆਂ ਚਾਹੀਦੀਆਂ, ਤਾਂ ਹੀ ਜਿਹੜਾ ਸਾਡਾ ਕੰਸੈਪਟ ਆਫ ਆਬਜੈਕਟਿਵਿਟੀ ਹੈ ਜਾਂ ਕਨਵੈਨਸ਼ਨ ਆਫ ਆਬਜੈਕਟਿਵਿਟੀ ਹੈ ਉਹ ਕਲੀਅਰ ਹੋ ਜਾਂਦਾ ਹੈ। ਕਨਵੈਨਸ਼ਨਸ ਆਫ ਕੰਪੇਰੇਬਿਲਟੀ ਦਾ ਮਤਲਬ ਹੁੰਦਾ ਕਿ ਕਿਸੇ ਚੀਜ਼ ਦੀ ਤੁਲਨਾ ਕਰਨੀ। ਹੁਣ ਇਹਦੇ ਵਿੱਚ ਕੀ ਹੈ, ਕਨਵੈਨਸ਼ਨ ਦੇ ਵਿੱਚ ਕੀ ਆ ਕਿ ਸਾਡੇ ਕੋਲ ਬਹੁਤ ਸਾਰੀਆਂ ਫਾਈਨੈਂਸ਼ੀਅਲ ਸਟੇਟਮੈਂਟ ਹੁੰਦੀਆਂ ਇੱਕੋ ਸਾਲ ਦੀਆਂ, ਜਿਵੇਂ ਆਪਾਂ ਕਹਿ ਸਕਦੇ ਅਗਰ ਇੱਕ ਪਰਸਨ ਦੇ ਇੱਕ ਤੋਂ ਜ਼ਿਆਦਾ ਬਿਜ਼ਨਸ ਚੱਲਦੇ ਆ ਤਾਂ ਉਹਦੇ ਸੇਮ ਅਲੱਗ-ਅਲੱਗ ਬਿਜ਼ਨਸ ਦੀਆਂ ਹੋ ਸਕਦੀਆਂ ਬੈਲੈਂਸ ਸ਼ੀਟ, ਜਾਂ ਈਅਰ ਟੂ ਈਅਰ ਸਾਡੇ ਕੋਲ ਸੇਮ ਜਿਹੜੀਆਂ ਹੁੰਦੀਆਂ ਬਿਜ਼ਨਸ ਦੀਆਂ ਬੈਲੈਂਸ ਸ਼ੀਟਸ ਹੁੰਦੀਆਂ। ਜਿਵੇਂ ਆਪਾਂ ਗੱਲ ਕਰਦੇ ਹਾਂ 2011, 2012, 2012, 2013, ਜਿਵੇਂ ਅੱਜ ਤੱਕ ਹੁਣ ਜਿਵੇਂ ਇੰਨੀਆਂ ਸਾਰੀਆਂ ਹੋਰ ਬੈਲੈਂਸ ਸ਼ੀਟਸ ਜਿਹੜੀਆਂ ਹੋ ਸਕਦੀਆਂ, ਤਾਂ 2011 ਦੀ ਬੈਲੈਂਸ ਸ਼ੀਟ ਨੂੰ 2012 ਨਾਲ ਕੰਪੇਅਰ ਕੀਤਾ ਜਾ ਸਕਦਾ, 2012 ਦੀ ਬੈਲੈਂਸ ਸ਼ੀਟ ਨੂੰ 13 ਨਾਲ ਕੰਪੇਅਰ ਕੀਤਾ ਜਾ ਸਕਦਾ। ਜਸਟ ਉਹਦਾ ਮੇਨ ਮਕਸਦ ਕੀ ਹੁੰਦਾ, ਆਪਾਂ ਸਿਰਫ ਇਹ ਦੇਖਣਾ ਹੁੰਦਾ ਕਿ ਸਾਡੀ ਕੁਆਲਿਟੀ ਇੰਪਰੂਵ ਹੋਈ ਹੈ ਜਾਂ ਨਹੀਂ ਹੋਈ ਆ, ਸਾਡੇ ਜਿਹੜੇ ਪ੍ਰੋਫਿਟ ਆ ਉਹ ਇੰਪਰੂਵ ਹੋਏ ਆ ਜਾਂ ਨਹੀਂ ਹੋਏ ਆ, ਸਾਡੀ ਜਿਹੜੀ ਬਿਜ਼ਨਸ ਦੀ ਜਿਹੜੀ ਇੱਕ ਇਨਕਮ ਸੀਗੀ ਜਾਂ ਬਿਜ਼ਨਸ ਦਾ ਦਾਇਰਾ ਸੀਗਾ ਉਹ ਵਧਿਆ ਕਿ ਨਹੀਂ ਵਧਿਆ। ਇਹ ਸਾਰੀਆਂ ਚੀਜ਼ਾਂ ਨੂੰ ਚੈੱਕ ਕਰਨ ਦੇ ਲਈ ਸਾਡੇ ਕੋਲ ਜਿਹੜਾ ਇੱਕ ਕੰਸੈਪਟ ਆ ਕਲੀਅਰ ਹੋਣਾ ਚਾਹੀਦਾ। ਬਾਕੀ ਸਾਨੂੰ ਜਿਹੜਾ ਫਾਈਨੈਂਸ਼ੀਅਲ ਅਕਾਊਂਟਿੰਗ ਸਟੈਂਡਰਡ ਬੋਰਡ ਆ
FASB ਸਾਨੂੰ ਇੱਕ ਡੈਫੀਨੇਸ਼ਨ ਵੀ ਪ੍ਰੋਵਾਈਡ ਕਰਦਾ ਕੰਪੈਰੇਬਿਲਿਟੀ ਦੀ। ਉਹ ਹੈਗੀ ਆ, ਕਹਿੰਦੇ ਦ ਕੁਆਲਿਟੀ ਆਫ ਇਨਫੋਰਮੇਸ਼ਨ ਦੈਟ ਇਨੇਬਲ ਦ ਯੂਜ਼ਰ ਟੂ ਆਇਡੈਂਟੀਫਾਈ ਸਿਮਿਲੈਰਿਟੀਜ਼ ਇਨ ਦ ਡਿਫਰੈਂਸ ਬਿਟਵੀਨ ਟੂ ਸੈਟਸ ਆਫ ਇਕਨੋਮਿਕਲ ਫਿਨੋਮੀਨਲਸ। ਕਹਿੰਦੇ ਜਿਹੜੀ ਅਕਾਊਂਟਿੰਗ ਇਨਫੋਰਮੇਸ਼ਨ ਸਾਡੇ ਕੋਲ ਹੈ ਉਹਦੀ ਕੁਆਲਿਟੀ ਹੈ ਜਿਹੜੀ ਉਹ ਯੂਜ਼ਰ ਨੂੰ ਹੈਲਪ ਕਰਦੀ ਹੈ ਇਹ ਦੇਖਣ ਦੇ ਲਈ ਕਿ ਜਿਹੜੇ ਉਹਦੇ ਕੋਲ ਸਟੈਂਡਰਡਸ ਪਏ ਆ ਜਾਂ ਉਹਦੇ ਕੋਲ ਜਿਹੜੇ ਰਿਕਾਰਡ ਪਏ ਆ ਉਹਦੇ ਵਿੱਚ ਕੀ ਸਿਮਿਲੈਰਿਟੀਜ਼ ਆ, ਕੀ ਡਿਫਰੈਂਸਿਸ ਆ, ਔਰ ਜੋ ਉਹਦੇ ਕੋਲ ਸੈੱਟ ਪਏ ਆ 2 ਈਅਰਸ ਦੇ ਜਾਂ ਹੋ ਸਕਦਾ 2-3 ਸਾਲਾਂ ਦੇ ਉਹਦੇ ਕੋਲ ਜਿਹੜੀ ਬੈਲੈਂਸ ਸ਼ੀਟਸ ਪਈਆਂ ਵੀ ਉਹਦਾ ਕੀ ਸਿਧਾਂਤ ਆ ਇਕਨੋਮਿਕਸ ਦੇ ਵਿੱਚ ਕਿ ਪ੍ਰੋਫਿਟ ਅਰਨਿੰਗ ਵੱਲੀ ਜਾ ਰਿਹਾ, ਲੋਸਿਸ ਵੱਲੀ ਜਾ ਰਿਹਾ। ਸੋ ਜਿਹੜਾ ਫਾਈਨੈਂਸ਼ੀਅਲ ਅਕਾਊਂਟਿੰਗ ਸਟੈਂਡਰਡ ਬੋਰਡ ਆ ਸਾਨੂੰ ਇਹ ਦੱਸਦਾ ਹੈ ਕਿ ਜਿਹੜੇ ਸਾਡੇ ਕੋਲ ਕੰਪੈਰੇਟੇਬਿਲਿਟੀ ਆ ਉਹਦਾ ਸਿਰਫ ਇੱਕੋ ਹੀ ਇੱਕ ਮਕਸਦ ਆ ਕਿ ਅਸੀਂ ਆਪਣੇ ਰਿਕਾਰਡਸ ਨੂੰ ਕੀ ਆ ਪਿਛਲੇ ਸਾਲਾਂ ਦੇ ਰਿਕਾਰਡਸ ਦੇ ਨਾਲ ਅਸੀਂ ਕੰਪੇਅਰ ਕਰ ਸਕੀਏ, ਔਰ ਸਾਡੇ ਰਿਕਾਰਡ ਆ ਜਿਹੜੇ ਮੋਸਟਲੀ ਅਸੀਂ ਕੰਪੇਅਰ ਕਰਦੇ ਹਾਂ ਇਹ ਚੈੱਕ ਕਰਨ ਦੇ ਲਈ ਕਿ ਸਾਡਾ ਬਿਜ਼ਨਸ ਹੁਣ ਵਧੀਆ ਹੈ ਜਾਂ ਪਹਿਲਾਂ ਵਧੀਆ ਚੱਲ ਰਿਹਾ ਸੀ। ਐਟ ਲਾਸਟ ਆਪਾਂ ਦੇਖਦੇ ਹਾਂ ਕਿ ਸਾਡੇ ਕੋਲ ਕੀ ਇਨਫੋਰਮੇਸ਼ਨਸ ਹੈਗੀ ਆ ਕਨਕਲੂਜ਼ਨ ਦੇ ਵਿੱਚ। ਕਹਿੰਦੇ ਜਿਹੜਾ ਕਨਸੈਪਟ ਆ ਕਨਵੈਨਸ਼ਨਸ ਦਾ ਉਹ ਦੇਖਿਆ ਜਾਵੇ ਬਹੁਤ ਜ਼ਿਆਦਾ ਯੂਜ਼ਫੁਲ ਆ, ਉਹਦੀਆਂ ਗਾਈਡਲਾਈਨ ਜਿਹੜੀਆਂ ਬਹੁਤ ਜ਼ਿਆਦਾ ਐਕਸੈਪਟੇਬਲ ਆ, ਜਾਂ ਜਿਹੜਾ ਉਹਦਾ ਸਟਰਕਚਰ ਆ ਉਹ ਬਹੁਤ ਜ਼ਿਆਦਾ ਵਧੀਆ ਹੈ ਜਿਹਦੇ ਨਾਲ ਅਸੀਂ ਆਪਣੀ ਜਿਹੜੀ ਇਨਫੋਰਮੇਸ਼ਨ ਆ ਉਹਨਾਂ ਨੂੰ ਵਧੀਆ ਤਰੀਕੇ ਨਾਲ ਦੇਖ ਸਕਦੇ ਹਾਂ। ਬਟ ਹਜੇ ਵੀ ਬਹੁਤ ਸਾਰੀਆਂ ਚੀਜ਼ਾਂ ਇੱਦਾਂ ਦੀਆਂ ਹੈਗੀਆਂ ਜਿਹੜੀਆਂ ਐਪਲੀਕੇਬਲ ਨਹੀਂ ਹੈਗੀਆਂ। ਫਸਟ ਹੈਗਾ ਕਿ ਪਹਿਲਾਂ ਤਾਂ ਇਹ ਕੰਪਲੀਟ ਸੈੱਟ ਨਹੀਂ ਹੈਗਾ, ਕਿ ਇਹ ਪੂਰੀ ਤਰ੍ਹਾਂ ਕਲੀਅਰ ਨਹੀਂ ਹੈਗਾ, ਔਰ ਇਹਦੇ ਵਿੱਚ ਜੋ ਇਨਫੋਰਮੇਸ਼ਨ ਹੈਗੀ ਆ ਉਹ ਐਗਜ਼ੈਕਟਲੀ ਕੀ ਆ ਮੈਨ ਮੇਡਸ ਆ, ਰੂਲਸ ਆ ਜਿਹੜੇ ਉਹ ਮੈਨ ਮੇਡ ਆ, ਇਸ ਲਈ ਇਹ ਬਹੁਤ ਜ਼ਿਆਦਾ ਯੂਜ਼ਫੁਲ ਨਹੀਂ ਆ। ਦੂਸਰਾ ਹੈਗਾ ਕਿ ਇਹਨੂੰ ਯੂਨੀਵਰਸਲੀ ਐਕਸੈਪਟੈਂਸ ਨਹੀਂ ਮਿਲੀ ਹੈਗੀ ਪ੍ਰਿੰਸੀਪਲਸ ਨੂੰ, ਜਿਹੜੇ ਕਨਸੈਪਟ ਨੇ ਕਨਵੈਨਸ਼ਨ ਦੇ ਕਨਵਰਜ਼ਨ ਦੇ ਇਹ ਸਿਰਫ ਕੀ ਹੈ 1-2 ਜਗ੍ਹਾ 'ਤੇ ਹੀ ਦੇਖੇ ਜਾਂਦੇ ਆ। ਇਹਨਾਂ ਨੂੰ ਅਗਰ ਆਪਾਂ ਕਹੀਏ ਕਿ ਵਰਲਡ ਵਾਈਡ ਲੈਵਲ 'ਤੇ ਇਹਨੂੰ ਕੋਈ ਐਕਸੈਪਟੈਂਸ ਜਿਹੜੀ ਹੈ ਮਿਲੀ ਹੋਵੇ ਤਾਂ ਉਹ ਨਹੀਂ ਹੈਗਾ। ਇਹਨੂੰ ਸਿਰਫ ਔਰ ਸਿਰਫ ਕੀ ਆ ਆਪਣੇ ਇੰਡੀਆ ਜਾਂ ਕਹਿ ਸਕਦੇ ਹਾਂ 1-2 ਜਗ੍ਹਾ 'ਤੇ ਹੀ ਯੂਜ਼ ਕੀਤਾ ਜਾਂਦਾ। ਸੋ ਇਹ ਯੂਨੀਵਰਸਲੀ ਐਕਸੈਪਟੇਬਲ ਵੀ ਨਹੀਂ ਹੈ, ਫੁੱਲੀ ਡਿਸਕਲੋਜ਼ ਨਹੀਂ ਕਰਦਾ ਇਨਫੋਰਮੇਸ਼ਨ। ਦੈਟਸ ਵਾਈ ਮਟੀਰੀਅਲ ਇਨਫੋਰਮੇਸ਼ਨ ਹੈ ਬਟ ਉਹਦਾ ਕੋਈ ਇਹਦਾ ਖਾਸ ਜਿਹੜਾ ਯੂਜ਼ ਨਹੀਂ ਦੇਖਿਆ ਜਾਂਦਾ। ਨੋ ਯੂਨੀਫਾਰਮਿਟੀ ਇਨ ਐਪਲੀਕੇਸ਼ਨ, ਕਿ ਇਹਦੇ ਵਿੱਚ ਜੋ ਅਸੀਂ ਐਪਲੀਕੇਸ਼ਨਸ ਦੀ ਗੱਲ ਕਰਦੇ ਹਾਂ ਸਕਿੱਲਸ ਐਟੀਟਿਊਡ ਵਗੈਰਾ ਉਹ ਕੀ ਹੈ ਉਹਦੇ ਵਿੱਚ ਕੋਈ ਮੇਲ ਮਿਲਾਪ ਨਹੀਂ ਹੈਗਾ, ਕੋਈ ਉਹਨਾਂ ਵਿੱਚ ਇਕਸਾਰਤਾ ਨਹੀਂ ਹੈਗੀ, ਜਿਹੜੀ ਸਬਜੈਕਟਿਵਿਟੀ ਆ ਉਹ ਪ੍ਰੈਜ਼ੈਂਟ ਰਹਿੰਦੀ ਆ, ਆਬਜੈਕਟ ਇਹਦੇ ਵਿੱਚ ਬਹੁਤ ਮਿਸਿੰਗ ਰਹਿੰਦਾ ਹੈ। ਤਾਂ ਕਰਕੇ ਵੀ ਇਹ ਮੈਨੇਜਮੈਂਟ ਦੇ ਲਈ ਕੀ ਆ ਸਹੀ ਨਹੀਂ ਮੰਨੀ ਜਾਂਦੀ। ਮੋਸਟਲੀ ਮੈਨੇਜਮੈਂਟ ਇਹਨੂੰ ਐਕਸੈਪਟ ਕਰਦੀ ਹੀ ਨਹੀਂ ਆ। ਸੋ ਅੱਜ ਦਾ ਆਪਣਾ ਇਹ ਜਿਹੜਾ ਚੈਪਟਰ ਇੱਥੇ ਖ਼ਤਮ ਹੁੰਦਾ ਹੈ। ਨੈਕਸਟ ਆਪਾਂ ਕੱਲ੍ਹ ਜਿਹੜਾ ਹੋਰ ਚੈਪਟਰ ਸਟਾਰਟ ਕਰਾਂਗੇ, ਔਰ ਇਸ ਚੈਪਟਰ ਨੂੰ ਫੁੱਲੀ ਤੁਸੀਂ ਦੇਖਣਾ ਹੈ, ਅੰਡਰਸਟੈਂਡ ਕਰਨਾ ਹੈ। ਅਗਰ ਕਿਸੇ ਟੌਪਿਕ ਦੇ ਵਿੱਚ ਜਾਂ ਕਿਸੇ ਵੀ ਕਨਸੈਪਟ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਤੁਸੀਂ ਪੁੱਛ ਸਕਦੇ ਹੋ। ਥੈਂਕ ਯੂ, ਹੈਵ ਅ ਨਾਈਸ ਡੇ।